ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਆ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਇਸ ਦਿਨ ਦੇ ਉੱਤੇ ਔਰਤਾਂ ਦੇ ਹੱਕਾਂ ਬਾਰੇ ਗੱਲਾਂ ਬਾਤਾਂ ਹੋ ਰਹੀਆਂ। ਔਰਤਾਂ ਮਰਦਾਂ ਦੇ ਬਰਾਬਰ ਨੇ, ਇਹਨਾਂ ਦੇ ਹੱਕ, ਇਹਨਾਂ ਦੇ ਅਧਿਕਾਰ ਬਰਾਬਰ ਨੇ। ਇਸ ਵਿਸ਼ੇ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਤਾਂ ਬਹੁਤ ਸਾਰੇ ਸਵਾਲ ਇੱਥੇ ਪੈਦਾ ਹੁੰਦੇ ਨੇ। ਕੈਨੇਡਾ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਕੈਨੇਡਾ ਦੇ ਵਿੱਚ ਕੀ ਔਰਤਾਂ ਮਰਦਾਂ ਦੇ ਬਰਾਬਰ ਨੇ? ਇਹ ਗੱਲ ਕਰਨ ਤੋਂ ਪਹਿਲਾਂ ਇੱਕ ਰਿਪੋਰਟ ਬਹੁਤ ਸਾਲ ਪਹਿਲਾਂ ਆਈ ਸੀ ਔਰ ਅਸੀਂ ਲਗਭਗ ਹਰ ਸਾਲ ਹੀ ਇਸ ਦਿਨ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਰਿਪੋਰਟਸ ਇਹ ਦੱਸਦੀਆਂ ਕਿ ਕੈਨੇਡਾ ਦੇ ਵਿੱਚ ਵੀ ਮੁੰਡਿਆਂ ਦੀ ਚਾਹਤ ਔਰਤਾਂ ਨਾਲੋਂ ਜ਼ਿਆਦਾ ਆ, ਕੁੜੀਆਂ ਨਾਲੋਂ ਮੁੰਡਿਆਂ ਦੀ ਚਾਹਤ ਜ਼ਿਆਦਾ ਆ। ਲੋਕ ਇਹ ਚਾਹੁੰਦੇ ਆ ਕਿ ਸਾਡੇ ਮੁੰਡਾ ਹੋਵੇ। ਇਹਦੀਆਂ ਕੁਝ ਰਿਪੋਰਟਸ ਆ ਜਿਨ੍ਹਾਂ ਤੋਂ ਇਹ ਜਿਹੜੇ ਕਨਕਲੂਜਨ ਸਾਹਮਣੇ ਆਏ ਆ। ਰਿਪੋਰਟਸ ਇਹ ਦੱਸਦੀਆਂ 20 ਸਾਲ ਜਿੰਨੇ ਕੈਨੇਡਾ ਦੇ ਵਿੱਚ ਬੱਚਿਆਂ ਦਾ ਜਨਮ ਹੋਇਆ ਉਹਨਾਂ ਸਾਰਿਆਂ ਦਾ ਇੱਕ ਡਾਟਾ ਇਕੱਠਾ ਕੀਤਾ ਗਿਆ। ਦੱਸਿਆ ਜਾਂਦਾ ਕਿ 6 ਮਿਲੀਅਨ ਦੇ ਨੇੜੇ 5.8 ਮਿਲੀਅਨ ਬੱਚੇ ਜੰਮੇ 1990 ਤੋਂ ਲੈ ਕੇ 2011 ਤੱਕ। ਕਾਫੀ ਪੁਰਾਣੀ ਇਹ ਗੱਲਬਾਤ ਆ ਪਰ ਇਹਦੇ ਅੰਕੜੇ ਬਹੁਤ ਡਰਾਉਣ ਵਾਲੇ ਆ ਤੇ ਹੋ ਸਕਦਾ ਅੱਜ ਦੇ ਸਮੇਂ ਦੇ ਵਿੱਚ ਵੀ ਅੰਕੜੇ ਉਸੇ ਤਰ੍ਹਾਂ ਹੋਣ। 5.8 ਮਿਲੀਅਨ ਕੈਨੇਡਾ ਦੇ ਵਿੱਚ ਟੋਟਲ ਬੱਚੇ ਜੰਮੇ ਆ ਤੇ ਇਹਨਾਂ ਦੇ ਵਿੱਚੋਂ 1,77,000 ਦੇ ਕਰੀਬ ਜਿਹੜੀਆਂ ਭਾਰਤ ਦੇ ਵਿੱਚ ਜਨਮ ਲੈ ਕੇ ਔਰਤਾਂ ਇੱਥੇ ਆਈਆਂ ਉਹਨਾਂ ਦੇ ਬੱਚਿਆਂ ਦਾ ਜਨਮ ਹੋਇਆ। ਇਹਨਾਂ 20 ਸਾਲਾਂ ਦਾ ਜਦੋਂ ਹਿਸਾਬ ਕਿਤਾਬ ਲਾ ਕੇ ਦੇਖਦੇ ਆ ਕਿ ਇਸ ਸਮੇਂ ਦੇ ਵਿੱਚ ਕਿੰਨੀਆਂ ਕੁੜੀਆਂ ਜੰਮੀਆਂ ਤੇ ਕਿੰਨੇ ਮੁੰਡੇ ਜੰਮੇ, ਇਹ ਸਾਰੇ ਕੁਛ ਦੇ ਵਿੱਚ ਕੁਛ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਕਿ ਕੁੜੀਆਂ ਜ਼ਿਆਦਾ ਜੰਮਣੀਆਂ ਚਾਹੀਦੀਆਂ ਸੀ, ਉਹਨਾਂ ਦਾ ਜ਼ਿਆਦਾ ਜਨਮ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਹੋਇਆ। ਉਹ ਕਿੱਥੇ ਗਈਆਂ? ਇਹ ਸਵਾਲ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਆ। ਜੇਕਰ 100 ਮੁੰਡਾ ਕੈਨੇਡਾ ਦੇ ਵਿੱਚ ਜਨਮ ਲੈਂਦਾ ਤਾਂ ਉਹਦੇ ਲਗਭਗ ਬਰਾਬਰ ਕੁੜੀਆਂ ਜਨਮ ਲੈਂਦੀਆਂ। ਦੁਨੀਆ ਦੇ ਵਿੱਚ ਰੇਸ਼ੋ ਥੋੜ੍ਹੀ ਜਿਹੀ ਵੱਧ ਆ, ਮੁੰਡੇ 102 ਹੁੰਦੇ ਆ, ਕੁੜੀਆਂ 100 ਹੁੰਦੀਆਂ। ਕੈਨੇਡਾ ਦੇ ਵਿੱਚ 105 ਦੇ ਨੇੜੇ ਤੇੜੇ ਆ, ਲਗਭਗ ਮਤਲਬ ਅੱਧੋ ਅੱਧ ਆ। ਹੁਣ ਜਦੋਂ ਇਹ ਅੰਕੜੇ ਇਹ ਦੇਖੇ ਜਾਂਦੇ ਆ ਕਿ ਜਿਹੜੇ ਭਾਰਤ ਦੇ ਵਿੱਚ ਔਰਤਾਂ ਇੱਥੇ ਆਈਆਂ ਉਹਨਾਂ ਦੇ 2 ਬੱਚੇ ਪਹਿਲਾਂ ਸੀ ਤੇ ਤੀਜਾ ਬੱਚੇ ਦੇ ਵਿੱਚ ਜਦੋਂ ਅਨੁਪਾਤ ਦੇਖਦੇ ਆ, ਜੇ ਤੀਜੇ ਬੱਚੇ ਦੇ ਵਿੱਚ 100 ਦੇ ਪਿੱਛੇ 100 ਕੁੜੀ ਦੇ ਪਿੱਛੇ 138 ਮੁੰਡੇ ਆ। ਇਹ ਅੰਕੜਾ ਬਹੁਤ ਡਰਾਉਣਾ ਆ ਕਿ ਮੁੰਡਿਆਂ ਦਾ ਜਨਮ ਜ਼ਿਆਦਾ ਹੋਇਆ, ਕੁੜੀਆਂ ਦਾ ਜਨਮ ਨਹੀਂ ਹੋਇਆ। ਜਦ ਕਿ ਹੋਣਾ 100 ਦੇ ਲਗਭਗ ਚਾਹੀਦਾ ਸੀ ਪਰ ਕੁੜੀਆਂ ਜਿਹੜੀਆਂ 100 ਤੇ ਮੁੰਡੇ 138 ਹੋ ਰਹੇ ਆ। ਜੇਕਰ ਕਿਸੇ ਦੇ 3 ਬੱਚੇ ਆ ਤਾਂ ਚੌਥਾ ਬੱਚੇ ਦੇ ਵਿੱਚ ਜਾ ਕੇ ਇਹ ਗਿਣਤੀ, ਇਹ ਅਨੁਪਾਤ 166 ਦੇ ਉੱਤੇ ਚਲਿਆ ਜਾਂਦਾ। ਤੇ ਫਿਰ ਜੇਕਰ 2 ਕੁੜੀਆਂ ਪਹਿਲੀਆਂ ਆ ਤਾਂ ਤੀਜਾ ਬੱਚਾ 196 ਮੁੰਡਿਆਂ ਦੇ ਪਿੱਛੇ 100 ਕੁੜੀ ਆ। ਤੇ ਜੇਕਰ 2 ਕੁੜੀਆਂ ਕਿਸੇ ਦੇ ਪਹਿਲਾਂ ਆ ਤੇ ਇੱਕ ਉਹਨਾਂ ਦਾ ਅਬੋਰਸ਼ਨ ਹੋ ਚੁੱਕਿਆ ਤਾਂ ਇਹ ਗਿਣਤੀ 100 ਕੁੜੀਆਂ ਦੇ ਮੁਕਾਬਲੇ 326 ਮੁੰਡਿਆਂ ਤੇ ਚਲੀ ਜਾਂਦੀ। ਜੇ ਇੱਕ ਤੋਂ ਜ਼ਿਆਦਾ ਅਬੋਰਸ਼ਨ ਹੋ ਚੁੱਕਿਆ ਤੇ 2 ਕੁੜੀਆਂ ਪਹਿਲਾਂ ਆ ਫਿਰ ਇਹ ਗਿਣਤੀ 416 ਤੇ ਚਲੇ ਜਾਂਦੀ ਹੈ। ਭਾਵ 416 ਮੁੰਡੇ ਪੈਦਾ ਹੋ ਰਹੇ ਆ 100 ਕੁੜੀ ਪਿੱਛੇ। ਤੇ ਜੇਕਰ 14 ਹਫ਼ਤੇ ਤੋਂ ਬਾਅਦ ਅਬੋਰਸ਼ਨ ਕਰਵਾਇਆ ਜਾਂਦਾ ਜਿਹਦੇ ਵਿੱਚ ਕਿ ਤੁਹਾਨੂੰ ਪਤਾ ਲੱਗ ਜਾਂਦਾ ਕੁੱਖ ਦੇ ਵਿੱਚ ਪਲ ਰਿਹਾ ਮੁੰਡਾ ਕਿ ਕੁੜੀ ਆ, ਤਾਂ ਇਹ ਗਿਣਤੀ 663 ਤੱਕ ਪਹੁੰਚ ਜਾਂਦੀ ਹੈ। ਅੰਕੜੇ ਦੱਸਦੇ ਆ ਕਿ ਇੰਨੇ ਸਮੇਂ ਦੇ ਵਿੱਚ 4472 ਕੁੜੀਆਂ ਨੇ ਜਨਮ ਲੈਣਾ ਸੀ ਕੁਦਰਤ ਦੇ ਨਿਯਮ ਅਨੁਸਾਰ। ਕੈਨੇਡਾ ਦੇ ਵਿੱਚ ਇਹ ਜਨਮ ਨਹੀਂ ਹੋਇਆ। ਓਨਟਾਰੀਓ ਦੇ ਵਿੱਚ ਸਟੱਡੀ ਕੀਤੀ ਗਈ ਸੀ ਔਰ ਅੱਜ ਤੱਕ ਉਸ ਸਟੱਡੀ ਦਾ ਜਵਾਬ ਲੋਕਾਂ ਨੂੰ ਮਿਲ ਨਹੀਂ ਰਿਹਾ ਕਿ ਇਹ ਸਾਰੇ ਕੁਛ ਦੇ ਪਿੱਛੇ ਗੜਬੜ ਕਿੱਥੇ ਆ। ਇੱਕ ਇਹ ਵੀ ਉਹਨਾਂ ਨੇ ਖੋਜਬੀਨ ਕੀਤੀ ਸੀ ਕਿ ਜਿਹੜੇ ਅਗਲੀ ਪੀੜ੍ਹੀ ਆ ਇੱਥੇ, ਉਸ ਪੀੜ੍ਹੀ ਦੇ ਵਿੱਚ ਭਾਵ ਜਿਹੜੇ ਮਾਪੇ ਇੰਡੀਆ ਤੋਂ ਪੰਜਾਬ ਤੋਂ ਆਏ ਸੀ, ਇੰਡੀਆ ਦੇ ਕਿਸੇ ਵੀ ਥਾਂ ਤੋਂ, ਉਹਨਾਂ ਦੇ ਉਹ ਇੱਥੇ ਆ ਕੇ ਜਦੋਂ ਸਾਊਥ ਏਸ਼ੀਆ, ਮਾਫੀ ਚਾਹੁੰਦੇ ਹਾਂ ਪੂਰੇ ਦੇ ਵਿੱਚੋਂ, ਸਾਊਥ ਏਸ਼ੀਅਨ ਜਿਹੜੇ ਮਾਪੇ ਆ ਉਹਨਾਂ ਦੇ ਬੱਚਿਆਂ ਦੇ ਅੱਗਿਓਂ ਜੇਕਰ 2 ਕੁੜੀਆਂ ਤੋਂ ਬਾਅਦ ਦੇਖਿਆ ਜਾਵੇ ਤਾਂ ਉੱਥੇ ਵੀ 280 ਮੁੰਡੇ ਆ 100 ਕੁੜੀ ਦੇ ਪਿੱਛੇ। ਸੋ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਿਹੜੇ ਉਹਨਾਂ ਦੇ ਇੱਥੇ ਬੱਚਿਆਂ ਦਾ ਜਨਮ ਹੋ ਰਿਹਾ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਕੁੜੀਆਂ ਮੁੰਡਿਆਂ ਦੀ ਗਿਣਤੀ ਦੇ ਵਿੱਚ ਫਰਕ ਆ। ਇਹ ਫਰਕ ਕੀ ਆ? ਇਹ ਬਹੁਤ ਵੱਡਾ ਸਵਾਲ ਆ ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿੱਥੇ ਆ ਕੇ ਜਿਹੜਾ ਇਹ ਸਾਰਾ ਕੁਝ ਐਸੇ ਤਰ੍ਹਾਂ ਚੱਲੀ ਆ ਰਿਹਾ ਤੇ ਮੁੰਡੇ ਦੀ ਚਾਹਤ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਤੱਕ ਘਰ ਕਰ ਗਈ ਆ ਕਿ ਉਹਨਾਂ ਨੂੰ ਕੁਛ ਨਾ ਕੁਛ ਇਹ ਜਿਹੜਾ ਕੁਦਰਤ ਦਾ ਸਮਤੋਲ ਆ ਇਹ ਵਿਗੜ ਜਾਂਦਾ ਮੁੰਡਿਆਂ ਕੁੜੀਆਂ ਦਾ ਜਿਹੜਾ ਆਮ ਤੌਰ 'ਤੇ ਬਰਾਬਰ ਹੋਣਾ ਚਾਹੀਦਾ। ਦੂਜਾ ਸਵਾਲ ਇੱਥੇ ਬਹੁਤ ਵੱਡਾ ਇਹ ਆ ਕਿ ਕੀ ਔਰਤ ਸਦਾ ਹੀ ਮਰਦ ਦੇ ਬਰਾਬਰ ਰਹੀ ਆ, ਜਾਂ ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਸਮਾਂ ਪਹਿਲਾਂ ਔਰਤ ਨੂੰ ਜਿਹੜਾ ਵੋਟ ਪਾਉਣ ਦਾ ਅਧਿਕਾਰ ਮਿਲਿਆ, ਪਹਿਲਾਂ ਉਹਨੂੰ ਇੰਨੀ ਵੀ ਨਹੀਂ ਸੀ ਕਿ ਉਹਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ ਜਾਂ ਹੋਰ ਬਹੁਤ ਸਾਰੇ ਉਹਦੇ ਪੋਲੀਟੀਕਲ ਪਾਰਟੀਸਪੇਸ਼ਨ ਦੇ ਵਿੱਚ ਜਾਂ ਬਾਕੀ ਥਾਵਾਂ ਦੇ ਉੱਤੇ ਉਹਦੇ ਕੋਲ ਇਹ ਅਧਿਕਾਰ ਨਹੀਂ ਸੀ। ਕੀ ਇਤਿਹਾਸ ਦੇ ਵਿੱਚ ਜਦੋਂ ਅਸੀਂ ਪਿੱਛੇ ਜਾ ਕੇ ਦੇਖੀਏ ਤਾਂ ਕਿੱਥੇ ਕਿ ਜਾ ਕੇ ਗੜਬੜ ਹੁੰਦੀ ਆ ਕਿ ਔਰਤ ਪਿੱਛੇ ਰਹਿ ਜਾਂਦੀ ਆ, ਮਰਦ ਅੱਗੇ ਲੰਘ ਜਾਂਦਾ? ਜਾਂ ਇਹ ਕੁਦਰਤ ਨੇ ਇੱਦਾਂ ਬਣਾਇਆ ਵੀ ਔਰਤ ਸਦਾ ਤੋਂ ਹੀ ਪਿੱਛੇ ਰਹੀ ਆ ਤੇ ਹੁਣ ਉਹ ਹੌਲੀ ਹੌਲੀ ਨਾਲ ਰਲ ਰਹੀ ਆ? ਇਸ ਇਤਿਹਾਸ ਵੱਲ ਜਾਣ ਤੋਂ ਪਹਿਲਾਂ ਸਾਨੂੰ ਅੱਜ ਦੇ ਦਿਨ ਦਾ ਇਤਿਹਾਸ ਵੀ ਜਾਣਨਾ ਬਹੁਤ ਜ਼ਰੂਰੀ ਆ ਕਿ ਇਹ ਦਿਨ ਕੋਈ ਐਵੇਂ ਨਹੀਂ ਰੱਖ ਦਿੱਤਾ ਕਿ 8 ਮਾਰਚ ਇਸ ਦਿਨ ਲਈ ਰਾਖਵਾਂ ਰੱਖ ਦਿਓ ਤੇ ਦਿਨ ਔਰਤ
ਜਿਹੜਾ ਅੰਤਰਰਾਸ਼ਟਰੀ ਔਰਤ ਦਿਵਸ ਆ ਉਹ ਮਨਾ ਲਓ। ਇਹ 15,000 ਦੇ ਕਰੀਬ 1908 ਦੇ ਵਿੱਚ ਔਰਤਾਂ ਨੇ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਇੱਕ ਮਾਰਚ ਕੱਢਿਆ ਸੀ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ ਸੀ। ਨਾਲ ਹੀ ਉਹਨਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਉਹਨਾਂ ਦੀ ਤਨਖਾਹ ਵਧਾਉਣ ਦੇ ਨਾਲ ਨਾਲ ਉਹਨਾਂ ਨੂੰ ਰਾਜਨੀਤਿਕ ਪ੍ਰਣਾਲੀ ਵਿੱਚ ਹਿੱਸਾ ਲੈਣ ਦੇ ਹੱਕ ਵੀ ਦਿੱਤੇ ਜਾਣ। ਠੀਕ ਉਹਦੇ ਤੋਂ 1 ਸਾਲ ਬਾਅਦ ਉੱਥੋਂ ਦੀ ਸੋਸ਼ਲਿਸਟ ਪਾਰਟੀ ਨੇ ਇਹਨੂੰ ਕੌਮੀ ਮਹਿਲਾ ਦਿਵਸ ਵਜੋਂ ਐਲਾਨ ਕਰ ਦਿੱਤਾ ਸੀ। ਇਹ ਵਿਚਾਰ ਵੀ ਇੱਕ ਔਰਤ ਦਾ ਸੀ। ਔਰਤ, ਉਹਦਾ ਨਾਂ ਕਲਾਰਾ ਜੈਟਕਿਨ ਦੱਸਿਆ ਜਾਂਦਾ। 1910 ਦੇ ਵਿੱਚ ਕੋਪਨਹੈਗਨ ਦੇ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਇਹ ਵਿਸ਼ਵ ਪੱਧਰ ਦੇ ਉੱਤੇ ਮਨਾਉਣ ਦਾ ਸੁਝਾਅ ਦਿੱਤਾ ਗਿਆ ਸੀ। 17 ਦੇਸ਼ਾਂ ਦੀਆਂ ਦੱਸਦੇ ਉੱਥੇ 100 ਔਰਤਾਂ ਸ਼ਾਮਲ ਸੀ। ਸਾਰਿਆਂ ਨੇ ਇਸ ਗੱਲ ਦੀ ਹਮਾਇਤ ਕੀਤੀ। 1911 ਦੇ ਵਿੱਚ ਆਸਟਰੀਆ, ਡੈਨਮਾਰਕ, ਜਰਮਨੀ, ਸਵਿਟਜ਼ਰਲੈਂਡ ਦੇ ਵਿੱਚ ਵੀ ਇਹ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਸੀ। ਸੋ 1975 ਤੋਂ ਬਾਅਦ ਇਹਨੂੰ ਇੱਕ ਥੀਮ ਦੇ ਤੌਰ ਦੇ ਉੱਤੇ ਮਨਾਇਆ ਜਾਣਾ ਸ਼ੁਰੂ ਹੋ ਗਿਆ ਤੇ ਇਸ ਤਰੀਕੇ ਦੇ ਨਾਲ ਇਹ ਇੱਕ ਮਜ਼ਦੂਰਾਂ ਦੇ ਸੰਘਰਸ਼ ਦੇ ਵਿੱਚੋਂ ਔਰਤ ਦਿਵਸ ਜਿਹੜਾ ਉਹ ਵੀ ਜਨਮ ਲੈਂਦਾ, ਕਿਉਂਕਿ ਜਿਹੜਾ ਉਸ ਵੇਲੇ ਜੂਲੀਅਨ ਕੈਲੰਡਰ ਵਰਤਿਆ ਜਾਂਦਾ ਸੀ। ਹੜਤਾਲ ਵਾਲੇ ਦਿਨ 23 ਫਰਵਰੀ ਸੀ। ਗ੍ਰੋਗੇਰੀਅਨ ਕੈਲੰਡਰ ਦੇ ਹਿਸਾਬ ਨਾਲ ਉਸ ਦਿਨ 8 ਮਾਰਚ ਬਣਦੀ ਸੀ ਤੇ ਉਹਦੇ ਤੋਂ ਬਾਅਦ ਇਹ 8 ਮਾਰਚ ਨੂੰ ਦਿਨ ਮਨਾਇਆ ਜਾਣ ਲੱਗ ਪਿਆ। ਸਵਾਲ ਇਹ ਪੈਦਾ ਹੁੰਦਾ ਕਿ ਇਹ ਸਾਰਾ ਕੁਝ ਦੇ ਪਿੱਛੇ ਇਤਿਹਾਸ ਕੀ ਆ। ਮਨੁੱਖ ਨੇ ਜਦੋਂ ਦਾ ਇਸ ਧਰਤੀ ਦੇ ਉੱਤੇ ਪੈਦਾ ਹੋਇਆ, ਇਹ ਧਰਤੀ ਬਣੀ ਆ, ਉਹਦੇ ਤੋਂ ਬਾਅਦ ਕਿੱਥੇ ਤੱਕ ਜਾ ਕੇ ਇਹ ਗੜਬੜ ਸ਼ੁਰੂ ਹੋ ਗਈ ਆ। 4.5 ਬਿਲੀਅਨ ਸਾਲ ਪਹਿਲਾਂ ਦੱਸਦੇ ਆ ਕਿ ਧਰਤੀ ਬਣੀ ਆ। ਜਿਹੜੇ ਸਾਡੇ ਵੱਡ ਵਡੇਰੇ ਸੀਗੇ 5-7 ਮਿਲੀਅਨ ਸਾਲ ਅੱਜ ਤੋਂ ਪਹਿਲਾਂ ਉਹ ਇਸ ਧਰਤੀ ਦੇ ਉੱਤੇ ਸੀਗੇ। ਫਿਰ ਹੌਲੀ ਹੌਲੀ ਮਨੁੱਖ ਦੀ ਜਿਹੜਾ ਇਹ ਸਪੀਸੀਜ਼ ਆ ਹਿਊਮਨ, ਇਹ ਹੋਂਦ ਦੇ ਵਿੱਚ ਆਉਂਦਾ ਆ। ਇਸ ਸਾਰੇ ਪੜਾਅ ਦੇ ਵਿੱਚ ਜਿਹੜੀ ਮਹੱਤਵਪੂਰਨ ਗੱਲ ਇਹ ਦੱਸੀ ਜਾਂਦੀ ਆ ਕਿ ਪਹਿਲਾਂ ਔਰਤਾਂ ਮਰਦ ਬਰਾਬਰ ਸੀ। ਕਿਸੇ ਸਮੇਂ ਦੇ ਵਿੱਚ ਔਰਤਾਂ ਮਰਦ ਬਰਾਬਰ ਸੀਗੇ। ਉਹ ਇੱਕ ਦੌਰ ਸੀਗਾ ਜਦੋਂ ਮਨੁੱਖ ਜਾਨਵਰ ਦੇ ਪੱਧਰ ਤੋਂ ਥੋੜ੍ਹਾ ਜਿਹਾ ਉੱਪਰ ਉੱਠਿਆ ਸੀ, ਜੰਗਲਾਂ ਦੇ ਵਿੱਚ ਰਹਿੰਦਾ ਸੀ, ਟੱਬਰ ਦੀ ਕੋਈ ਹੋਂਦ ਨਹੀਂ ਸੀ। ਮਨੁੱਖ ਟੋਲੀਆਂ ਦੇ ਰੂਪ ਦੇ ਵਿੱਚ ਰਹਿੰਦੇ ਸੀ। ਮਰਦਾਂ ਦੀ ਪੂਰੀ ਟੋਲੀ ਪਰਸਪਰ ਰੂਪ ਵਿੱਚ ਔਰਤਾਂ ਦੀ ਪੂਰੀ ਟੋਲੀ ਨਾਲ ਵਿਆਹੀ ਹੁੰਦੀ ਸੀ, ਯਾਨੀ ਕਿ ਖੁੱਲ੍ਹੇ ਲਿੰਗ ਸੰਬੰਧ ਹੁੰਦੇ ਸੀ। ਤੇ ਉਹ ਉਸ ਥਾਂ ਦੇ ਉੱਤੇ ਜਿਹੜੀ ਬੱਚਿਆਂ ਦੇ ਬਾਪ ਦੀ ਪਛਾਣ ਨਹੀਂ ਸੀ ਹੁੰਦੀ, ਬੱਚੇ ਮਾਂ ਤੋਂ ਪਛਾਣੇ ਜਾਂਦੇ ਸੀ। ਤੇ ਹੌਲੀ ਹੌਲੀ ਜਿਹੜੀ ਇਹ ਮਾਤਰੀ ਲੀਹ ਆ ਉਹ ਵਿਕਸਿਤ ਹੋ ਗਈ ਤੇ ਇਹ ਰੋਜ਼ੀ ਰੋਟੀ ਦੇ ਲਈ ਆਪਣਾ ਉੱਥੇ ਸ਼ਿਕਾਰ ਖੇਡਦੇ ਸੀ, ਜਾਂ ਉਸ ਸਮੇਂ ਜੰਗਲ ਦੇ ਵਿੱਚ ਲੋਕ ਇਹ ਇਕੱਠਾ ਕਰਕੇ ਬਣਾ ਕੇ ਉਹਨੂੰ ਖਾਂਦੇ ਸੀ। ਜਿਹੜਾ ਕੰਦ ਮੂਲ ਸ਼ਿਕਾਰ ਹਾਸਲ ਕਰਨਾ, ਇਹ ਉਸ ਯੁੱਗ ਦੀ ਆਰਥਿਕਤਾ ਸੀ। ਕੋਈ ਵੀ ਉੱਥੇ ਅਧੀਨ ਨਹੀਂ ਸੀ, ਕੋਈ ਵੀ ਉੱਥੇ ਉੱਚਾ ਨਹੀਂ ਸੀ ਤੇ ਨਾ ਔਰਤ ਮਰਦ ਦੇ ਵਿੱਚ ਇਸ ਤਰ੍ਹਾਂ ਦਾ ਵਿਤਕਰਾ ਸੀ। ਇਹ ਇੱਕ ਰਾਏ ਦੇ ਅਨੁਸਾਰ ਇਸ ਤਰ੍ਹਾਂ ਦੱਸਿਆ ਜਾਂਦਾ। ਮਨੁੱਖ ਆਪਣੇ ਵਿਕਾਸ ਕਰਮ ਦੇ ਵਿੱਚ ਇੱਕ ਪਲਾਂਘ ਅੱਗੇ ਹੋਰ ਵੱਧਦਾ। ਸ਼ਿਕਾਰ ਕਰਨ ਤੇ ਕੰਦਮੂਲ ਇਕੱਠੇ ਕਰਨ ਤੋਂ ਪਹਿਲਾਂ ਮੁੱਢਲੇ ਕਿਸਮ ਦੇ ਹਥਿਆਰ ਜਿਵੇਂ ਤੀਰ, ਕਮਾਨ, ਬਰਛੇ, ਚਾਕੂ ਵਗੈਰਾ ਹੱਥ 'ਚ ਆਉਣ ਲੱਗ ਜਾਂਦੇ ਆ। ਔਰਤਾਂ ਦੀ ਜਦੋਂ ਗਰਭ ਅਵਸਥਾ ਹੁੰਦੀ ਆ, ਬੱਚੇ ਜੰਮਣ ਤੇ ਦੁੱਧ ਚੁੰਘਾਉਣ ਦੇ ਕੰਮ ਦੇ ਨਾਲ ਨਾਲ ਜਿਹੜਾ ਸ਼ਿਕਾਰ ਅਨੁਕੂਲ ਨਹੀਂ ਬੈਠਦਾ ਸੀ, ਉਹ ਉਹਦੇ ਨਾਲ ਠੀਕ ਠਾਕ ਨਹੀਂ ਹੁੰਦਾ ਸੀ। ਇਸ ਕਰਕੇ ਮਰਦ ਉਸ ਸਮੇਂ ਦੇ ਵਿੱਚ ਬਾਹਰ ਜਾਂਦਾ ਸੀ ਤੇ ਔਰਤਾਂ ਜਿਹੜੀਆਂ ਉਹ ਉੱਥੇ ਕੰਦਮੂਲ ਇਕੱਠਾ ਕਰਦੀਆਂ ਸੀ ਤੇ ਜਿਹੜੇ ਆਦਮੀ ਸੀਗੇ ਉਹ ਸ਼ਿਕਾਰ ਕਰਨ ਦਾ ਕੰਮ ਕਰਦਾ ਸੀ। ਇੱਥੇ ਫਿਰ ਆ ਕੇ ਜਦੋਂ ਕਿਰਤ ਦੀ ਹਲਕੀ ਜਿਹੀ ਵੰਡ ਉਹਨਾਂ ਦੇ ਵਿੱਚ ਪੈਦਾ ਹੋਣੀ ਸ਼ੁਰੂ ਹੁੰਦੀ, ਭਾਵੇਂ ਕਿ ਪੱਕੀ ਵੰਡ ਨਹੀਂ ਸੀ, ਦੋਵੇਂ ਕੰਮ ਦੋਵੇਂ ਕਰਦੇ ਸੀਗੇ, ਪਰ ਇੱਥੇ ਦੱਸਦੇ ਆ ਕਿ ਥੋੜ੍ਹਾ ਜਿਹਾ ਫਰਕ ਪੈਣਾ ਉਹਨਾਂ ਨੂੰ ਸ਼ੁਰੂ ਹੋਇਆ। ਇੱਕ ਸਟੈਪ ਹੋਰ ਅੱਗੇ ਇਤਿਹਾਸ ਦੇ ਵਿੱਚ ਜਾਂਦੇ ਆ। ਗੋਤਰ ਦੇ ਹਿਸਾਬ ਨਾਲ ਸਹਿ ਗੋਤਰ ਟੱਬਰ ਹੋਣ ਦੇ ਵਿੱਚ ਆਉਂਦੇ ਆ। ਇਹ ਟੱਬਰ ਮੁੱਢਲਾ ਰੂਪ ਸੀ। ਇਹ ਟੋਲੀ ਜਿਹੜਾ ਵਿਆਹ ਪੀੜ੍ਹੀਆਂ ਅਨੁਸਾਰ ਬੱਝੇ ਹੋਏ ਸੀ, ਜਾਣੀ ਕਿ ਦਾਦੇ, ਨਾਨੇ, ਦਾਦੀਆਂ, ਨਾਨੀਆਂ, ਜਿਹੜੀਆਂ ਉਹਦੀਆਂ ਹੱਦਾਂ ਅੰਦਰ ਪਤੀ, ਪਤਨੀ, ਭੈਣ, ਭਰਾ, ਉਹਨਾਂ ਦੀਆਂ ਔਲਾਦਾਂ ਇੱਕ ਟੱਬਰ ਦੇ ਰੂਪ ਵਿੱਚ। ਇਹ ਸਾਰਾ ਇਸ ਤਰ੍ਹਾਂ ਦਾ ਪ੍ਰਬੰਧ ਹੌਲੀ ਹੌਲੀ ਚੱਲਦਾ ਰਿਹਾ। ਪਹਿਲਾਂ ਨੇੜੇ ਦੇ ਰਿਸ਼ਤਿਆਂ 'ਚ, ਫਿਰ ਦੂਰ ਦਵੰਦ ਦੇ ਰਿਸ਼ਤਿਆਂ ਦੇ ਵਿੱਚ ਜਿਹੜੇ ਲਿੰਗ ਸੰਬੰਧ ਸੀਗੇ ਜਾਂ ਜਿਹਨੂੰ ਵਿਆਹ ਕਹਿੰਦੇ ਆ, ਉਹਦੀ ਮਨਾਹੀ ਹੋ ਗਈ। ਇਹਨੂੰ ਪਨਾਲੂਆਨ ਟੱਬਰ ਵੀ ਕਿਹਾ ਜਾਂਦਾ ਸੀ। ਹੌਲੀ ਹੌਲੀ ਇਹਦੇ ਤੋਂ ਬਾਅਦ ਇੱਕ ਸਮਾਂ ਉਹ ਆਉਂਦਾ ਕਿ ਜਦੋਂ ਉਹ ਦੋਵੇਂ ਆਪਸ ਦੇ ਵਿੱਚ ਰਹਿੰਦੇ ਸੀ ਤਾਂ ਉਹ ਆਪਣਾ ਰਿਸ਼ਤਾ ਤੋੜ ਵੀ ਸਕਦੇ ਸੀ। ਬੱਚੇ ਪਹਿਲਾਂ ਵਾਂਗ ਮਾਂ ਦੇ ਨਾਲ ਰਹਿੰਦੇ ਸੀ, ਲੀਹ ਮਾਂ ਦੇ ਅਨੁਸਾਰ ਚੱਲਦੀ ਸੀ। ਮਾਤਰੀ ਲੀਹ ਪ੍ਰਧਾਨ ਸਮਾਜ ਸੀਗਾ, ਮੈਟਰੀਆਰਕੀ ਇੱਥੇ ਇਸ ਪ੍ਰਬੰਧ ਦੇ ਨਾਲ ਸਾਰਾ ਕੁਝ ਚੱਲਦਾ ਸੀ। ਜੇਕਰ ਟੱਬਰ ਦੇ ਵਿੱਚੋਂ ਅਲੱਗ ਹੁੰਦਾ ਸੀ, ਸੰਬੰਧ ਟੁੱਟਣ ਦੀ ਹਾਲਤ ਦੇ ਵਿੱਚ ਜਿਹੜਾ ਪਤੀ ਨੂੰ ਘਰ ਛੱਡ ਕੇ ਜਾਣਾ ਪੈਂਦਾ ਸੀ। ਉਸ ਸਮੇਂ ਦੇ ਵਿੱਚ ਜਦੋਂ ਬੰਦਾ ਜੰਗਲ ਦੇ ਵਿੱਚ ਇਹਨਾਂ ਟੋਲੀਆਂ ਦੇ ਰੂਪ ਦੇ ਵਿੱਚ ਰਹਿੰਦਾ ਸੀ, ਇੱਕ ਸਟੈਪ ਹੋਰ ਅੱਗੇ ਜਾਂਦਾ ਮਨੁੱਖ ਪਸ਼ੂਆਂ ਨੂੰ ਪਾਲਤੂ ਬਣਾ ਕੇ ਰੱਖਣਾ ਸ਼ੁਰੂ ਕਰ ਜਾਂਦਾ। ਉਹਨੂੰ ਵੱਗ ਤਿਆਰ ਕਰ ਲੈਂਦਾ, ਪਸ਼ੂਆਂ ਨੂੰ ਪਾਲਤੂ ਬਣਾਉਣਾ, ਉਹਨਾਂ ਦੀ ਸਾਂਝੀ ਸ਼ਕਤੀ ਨੂੰ ਸਾਂਭਣਾ, ਫਿਰ ਉਹਦੇ ਨਾਲ ਉਹ ਇਸ ਥਾਂ ਦੇ ਉੱਤੇ ਫਿਰ ਜਿਹੜਾ ਉਹ ਇਹ ਸਾਰੇ ਪ੍ਰਬੰਧ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ। ਤੇ ਵਿਗਿਆਨੀ ਜਿਹੜੇ ਆ ਉਹ ਇਸ ਗੱਲ ਨੂੰ ਮੰਨਦੇ ਆ
ਕਿ ਇਹਨਾਂ ਪਸ਼ੂਆਂ ਨੂੰ ਪਾਲਤੂ ਬਣਾਉਣਾ ਤੇ ਉਹਨਾਂ ਸਾਂਭ ਸੰਭਾਲ ਦਾ ਕੰਮ ਜਿੰਨੀ ਮਨੁੱਖੀ ਸ਼ਕਤੀ ਦੀ ਮੰਗ ਕਰਦਾ ਸੀ, ਉਹ ਔਰਤ ਦੀ ਗਰਭ ਅਵਸਥਾ, ਬੱਚਾ ਜੰਮਣ ਜਾਂ ਉਹਦੇ ਤੋਂ ਬਾਅਦ ਦੇ ਸਮੇਂ ਦੇ ਵਿੱਚ ਉਸ ਸਰੀਰਕ ਸ਼ਕਤੀ ਦੇ ਨਾਲ ਮੇਲ ਨਹੀਂ ਸੀ ਖਾਂਦਾ। ਇਹਨਾਂ ਵੇਲਿਆਂ ਦੇ ਵਿੱਚ ਫਿਰ ਉਸ ਔਰਤ ਦੀ ਜਿਹੜੀ ਦਿਮਾਗੀ ਜਾਂ ਜਿਸਮਾਨੀ ਜਿਹੜੀ ਸ਼ਕਤੀ ਆ, ਉਹਦੇ ਨਾਲ ਫਿਰ ਜਦੋਂ ਉਹ ਮਰਦ ਦੀ ਲੋੜ ਪੈਂਦੀ ਆ ਇਸ ਥਾਂ ਦੇ ਉੱਤੇ, ਇੱਥੋਂ ਫਿਰ ਫਰਕ ਪੈਣਾ ਸ਼ੁਰੂ ਹੁੰਦਾ, ਇੱਥੋਂ ਫਿਰ ਹਿੰਸਾ ਸ਼ੁਰੂ ਹੁੰਦੀ ਆ। ਇਹਦੇ ਤੋਂ ਬਾਅਦ ਫਿਰ ਮਨੁੱਖ ਦੇ ਕੋਲ ਇਹਨਾਂ ਚੀਜ਼ਾਂ ਦੀ ਬਹੁਲਤਾ ਹੁੰਦੀ ਆ। ਇੱਥੋਂ ਹੀ ਫਿਰ ਜਿਹੜਾ ਆ ਉਹ ਸਾਰਾ ਕੁਛ ਜਿਹੜੀ ਪ੍ਰਾਈਵੇਟ ਪ੍ਰੋਪਰਟੀ ਦਾ ਕਨਸੈਪਟ ਆ, ਨਿੱਜੀ ਜਾਇਦਾਦ ਦਾ ਕਨਸੈਪਟ ਸ਼ੁਰੂ ਹੁੰਦਾ। ਤੇ ਫਿਰ ਹੌਲੀ ਹੌਲੀ ਇਸ ਸਮੇਂ ਤੋਂ ਇੱਕ ਪਸ਼ੂਆਂ ਦਾ ਵੱਡਾ ਵਗ ਜਿਹੜਾ ਕਿ ਖੁਰਾਕ ਲਈ ਨਹੀਂ ਸੀ ਪਾਲਿਆ ਜਾਂਦਾ, ਸਗੋਂ ਵਟਾਂਦਰਾ ਕਰਨ ਦੇ ਲਈ, ਦੂਜਿਆਂ ਦੇ ਨਾਲ ਆਦਾਨ ਪ੍ਰਦਾਨ ਦੇ ਲਈ ਵਰਤਿਆ ਜਾਂਦਾ ਸੀ, ਉਹਨੂੰ ਫਿਰ ਹੌਲੀ ਹੌਲੀ ਇਹ ਇਸ ਤਰੀਕੇ ਦੇ ਨਾਲ ਅੱਗੇ ਚੱਲਦਾ ਤੇ ਜਿਹੜੀ ਪੈਟਰੀਆਰਕੀ ਆ ਉਹ ਸ਼ੁਰੂ ਹੋ ਜਾਂਦੀ ਆ। ਮਾਤਰੀ ਲੀਹ ਦਾ ਖਾਤਮਾ ਹੋ ਜਾਂਦਾ। ਦੱਸਿਆ ਜਾਂਦਾ ਕਿ ਉਸ ਵੇਲੇ ਤੋਂ ਫਿਰ ਇਹ ਔਰਤ ਜਿਹੜੀ ਆ ਉਹ ਪਿੱਛੇ ਦੀ ਪਿੱਛੇ ਇੱਕ ਤਰੀਕੇ ਦੇ ਨਾਲ ਕਰ ਦਿੱਤੀ ਜਾਂਦੀ ਆ। ਤੇ ਇਹ ਸਮਾਂ ਫਿਰ ਬਦਲਦਾ, ਫਿਰ ਇੱਕ ਜਿਹੜਾ ਜਗੀਰਦਾਰੀ ਪ੍ਰਬੰਧ ਸਾਡੇ ਸਾਹਮਣੇ ਆਉਂਦਾ, ਫਿਰ ਅੱਜ ਦਾ ਪ੍ਰਬੰਧ ਸਾਡੇ ਸਾਹਮਣੇ ਆਉਂਦਾ। ਇਹਦੇ ਵਿੱਚ ਫਿਰ ਹੁਣ ਇੱਕ ਵਾਰੀ ਜਿਹੜੀ ਔਰਤ ਆ ਉਹ ਬਰਾਬਰਤਾ ਦੀ ਗੱਲਬਾਤ ਕਰ ਰਹੀ ਹੈ, ਬਰਾਬਰ ਹੋ ਰਹੀ ਹੈ। ਤੇ ਇਸ ਸਮੇਂ ਦੇ ਉੱਤੇ ਜਿਹੜਾ ਆਸ ਕੀਤੀ ਜਾ ਰਹੀ ਹੈ ਦੁਨੀਆ ਦੇ ਵਿੱਚ ਕਿ ਜੇਕਰ ਦੁਨੀਆ ਨੇ ਤਰੱਕੀ ਕਰਨੀ ਹੈ, ਜੇਕਰ ਦੁਨੀਆ ਨੇ ਅੱਗੇ ਵਧਣਾ, ਤਾਂ ਇਹਨਾਂ ਦੋਵਾਂ ਨੂੰ ਬਰਾਬਰ ਹੋ ਕੇ ਤੁਰਨਾ ਪਊਗਾ। ਕੋਈ ਇੱਕ ਧਿਰ ਵੀ ਪਿੱਛੇ ਰਹਿਣ ਦੇ ਨਾਲ ਜਿਹੜਾ ਸਮਾਜ ਆ ਉਹ ਬਰਾਬਰਤਾ ਦੇ ਨਾਲ ਤਰੱਕੀ ਨਹੀਂ ਕਰ ਸਕਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।